जी की फतेह। परम सन्मानयोग सत्कारयोग गुरु सवारी गुरु प्यारी गुरु का खास रूप खालसा साध संगत जीओ। सतगुरां दी अत्यंत बख्शिश दे सदका सरबत माई भाई गुर सिख संगतां जुड़ मिल बैठ के ਅੰਮ੍ਰਿਤ ਵੇਲੇ ਤੋਂ ਲੈ ਕਰ ਅੰਮ੍ਰਿਤ ਕੇ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕੇ ਧੁਰ ਦਰਗਾਹੀ ਬਚਨਾਂ ਨੂੰ ਨਿਤਨੇਮ ਰੂਪ ਅੰਦਰ ਕੀਰਤਨ ਰੂਪ ਅੰਦਰ ਸ਼ਰਧਾ ਭਾਵਨਾ ਨਾਲ ਪੜ੍ਹਦੇ ਸੁਣਦੇ ਆ ਰਹੇ ਹਾਂ। ਗਰੀਬ ਨਿਵਾਜ ਦਾ ਤਾਰ ਪ੍ਰਭੂ ਜੀ ਤਿਨਾਂ ਦੀ ਰਹਿਮਤ ਦੇ ਸਦਕਾ ਚੱਲ ਰਹੀ ਗੁਰੂ ਬਾਣੀ ਦੀ ਲੜੀਵਾਰ ਕਥਾ ਸਤਿਗੁਰੂ ਮਹਾਰਾਜ ਭੱਟਾਂ ਦੇ ਸਵਾਈਆਂ ਦੇ ਦੁਆਰਾ ਕਿਰਪਾ ਦੇ ਘਰ ਵਿੱਚ ਆਉਂਦਿਆਂ ਹੋਇਆਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1387 ਅੰਗ ਤੇ ਇਹ ਬਚਨ ਸਾਨੂੰ ਸ਼ਰਵਨ ਕਰਵਾ ਰਹੇ ਨੇ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਭੱਟਾਂ ਤੇ ਕਿਰਪਾਲਤਾ ਕਰਦਿਆਂ ਹੋਇਆਂ ਸਾਡੇ ਤੇ ਕਿਰਪਾਲਤਾ ਕਰਦਿਆਂ ਹੋਇਆਂ ਸਵਾਈਆਂ ਦੇ ਦੁਆਰਾ ਆਪਣੇ ਸੁਭਾਏਮਾਨ ਮੋਖਾਰ ਬਿੰਦ ਤੋਂ ਪੰਜਵੇਂ ਗੁਰਦੇਵ ਸਾਨੂੰ ਮੁਬਾਰਕ ਧੁਰ ਦਰਗਾਹੀ ਬਚਨ ਕਲਿਆਣਕਾਰੀ ਬਚਨ ਅੱਜ ਸਾਡੇ ਭਲੇ ਵਾਸਤੇ ਬਖਸ਼ਿਸ਼ ਕਰਦੇ ਨੇ। ਹੇ ਜੀਵ ਤੂੰ ਗੁਮਾਨ ਕਿਉਂ ਕਰਦਾ ਹੈ? ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਨੇ ਗੁਮਾਨ ਨਾ ਕਰ। ਪਰਿਪੂਰਨ ਪਰਮਾਤਮਾ ਦਾਤਾਰ ਪ੍ਰਭੂ ਜੀ ਦੀ ਕਿਰਪਾ ਲੈਣੀ ਹੈ ਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਪਣਾ ਸਰੀਰਕ ਪਰਿਵਾਰਕ ਸੰਸਾਰਕ ਵਿਵਹਾਰਕ ਇਸ ਮੋਹ ਨੂੰ ਖਤਮ ਕਰ। ਮਹਾਰਾਜ ਉਸ ਮਾਲਕ ਦਾ ਮੰਗਲ ਕਰਦੇ ਨੇ। ਏਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਦਵੈਤ ਸਰੂਪ ਇੱਕ ਹੈ, ਜਿਸ ਵਰਗਾ ਦੂਜਾ ਕੋਈ ਹੈ ਹੀ ਨਹੀਂ। ਜਿਹਨੂੰ ਮਹਾਰਾਜ ਬਚਨ ਕਰਦੇ ਨੇ ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ। ਉਸ ਇੱਕ ਪਰਮਾਤਮਾ ਨੂੰ ਇਹ ਵੀ ਮਹਾਰਾਜ ਕਹਿੰਦੇ ਨੇ ਦਾਤਾਰ ਪ੍ਰਭੂ ਤੇਰੇ ਗੁਣ ਬਹੁਤੇ ਨੇ, ਪਰ ਇੱਕ ਗੁਣ ਦੀ ਮੈਂ ਗੱਲ ਕਰਦਾ ਆਂ ਮੇਰੇ ਮਾਲਕਾ ਤੇਰੇ ਵਿੱਚ ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਮਹਾਰਾਜ ਕਹਿੰਦੇ ਹੈ ਮਾਲਕ ਤੇਰੇ ਵਿੱਚ ਖੂਬੀ ਇਹ ਹੈ, ਤੇਰੇ ਵਿੱਚ ਗੁਣ ਇਹ ਹੈ ਜਿਹੜਾ ਸਮੁੱਚੀ ਕਾਇਨਾਤ ਦੇ ਵਿੱਚ ਨਹੀਂ ਪਾਇਆ ਜਾਂਦਾ ਕਿ ਤੇਰੇ ਵਰਗਾ ਪਹਿਲਾਂ ਕੋਈ ਹੋਇਆ ਹੀ ਨਹੀਂ, ਹੁਣ ਕੋਈ ਹੈ ਨਹੀਂ। ਵਰਤਮਾਨ ਵਿੱਚ ਪਰਮ ਪਿਤਾ ਪਰਮਾਤਮਾ ਤੇਰੇ ਜਿਹਾ ਕੋਈ ਹੈ ਨਹੀਂ।
ਤੇ ਤੇਰੇ ਵਰਗਾ ਦਾਤਾਰ ਪ੍ਰਭੂ ਪਰਤ ਕੇ ਭਵਿੱਖਤ ਵਿੱਚ ਵੀ ਕੋਈ ਹੋਣਾ ਨਹੀਂ। ਉਹ ਕੌਣ ਨੇ? ਉਹ ਇੱਕ ਪਰਮਾਤਮਾ, ਜਿਹੜਾ ਸਾਰਿਆਂ ਨੂੰ ਸਤਾ ਦਿੰਦਾ ਹੈ। ਓਅੰਕਾਰ ਉਹ ਸਮੂਹ ਦਾ ਪ੍ਰਕਾਸ਼ਕ ਹੈ, ਸਾਰਿਆਂ ਦੀ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਹੈ, ਜਿਹਦੇ ਤੋਂ ਸਾਰਾ ਪਸਾਰਾ ਪਸਰਦਾ ਹੈ। ਸਤਿਗੁਰ ਪ੍ਰਸਾਦ ਮਹਾਰਾਜ ਕਹਿੰਦੇ ਅਰ ਸਦੀਵ ਕਾਲ ਰਹਿਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ। ਇਹ ਜਿਹੜਾ ਇੱਕ ਹੈ, ਇਹਦਾ ਨਾਸ਼ ਕਦੇ ਨਹੀਂ ਹੁੰਦਾ। ਗੁਰ ਚੇਤਨ ਸਰੂਪ ਹੈ, ਜਿਹੜਾ ਇੱਕ ਪਰਮਾਤਮਾ ਦਾ ਸਿਮਰਨ ਕਰਨ ਲੱਗ ਜਾਏ, ਇਹਨੂੰ ਚੇਤੇ ਕਰਨ ਲੱਗ ਜਾਏ, ਮਹਾਰਾਜ ਕਹਿੰਦੇ ਉਹਦੇ ਜੀਵਨ ਅੰਦਰ ਆਨੰਦ ਬਣ ਜਾਂਦਾ, ਖੁਸ਼ੀਆਂ ਦਾ ਖੇੜਾ ਬਣ ਜਾਂਦਾ ਹੈ। ਜਦੋਂ ਤੂੰ ਜਪੇਂਗਾ ਸਿਮਰੇਂਗਾ, ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਤੇਰੇ ਤੇ ਕਿਰਪਾ ਹੋ ਜਾਵੇਗੀ। ਉਹਦੀ ਕਿਰਪਾ ਦੇ ਨਾਲ ਤੇਰਾ ਮਿਲਾਪ ਹੋਵੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਮੋਹ ਦੀਆਂ ਤੰਦਾਂ ਵਿੱਚ ਬੱਝੇ ਹੋਏ ਜੀਵ ਉਹਦੇ ਤੋਂ ਮੁਕਤ ਕਰਾਉਣ ਦੇ ਲਈ, ਉਹਨਾਂ ਨੂੰ ਪਛਾੜਨ ਦੇ ਲਈ ਭਟਾਂ ਨੂੰ ਸਾਨੂੰ ਉਪਦੇਸ਼ ਦਿੰਦੇ ਨੇ। ਮਹਾਰਾਜ ਕਹਿੰਦੇ ਕਾਚੀ ਦੇਹ ਮੋਹ ਫੁਨ ਬੰਦੀ। ਮਹਾਰਾਜ ਕਹਿੰਦੇ ਆ ਜਿਹੜਾ ਸਰੀਰ ਹੈ ਨਾ, ਜਿਹਨੂੰ ਬੜਾ ਸਵਾਰਦਾ ਹੈ, ਬੜਾ ਸੁਧਾਰਦਾ ਹੈ, ਮਹਾਰਾਜ ਕਹਿੰਦੇ ਇਹ ਕੱਚਾ ਮਿੱਟੀ ਦਾ ਬਣਿਆ ਹੋਇਆ ਹੈ ਤੇ ਇਹਦਾ ਪਤਾ ਨਹੀਂ ਇਹਨੇ ਕਦੋਂ ਖੁਰ ਜਾਣਾ ਹੈ। ਪਰ ਇਹ ਮੋਹ ਦੀਆਂ ਤੰਦਾਂ ਦੇ ਨਾਲ, ਮੋਹ ਦੀਆਂ ਰੱਸੀਆਂ ਦੇ ਨਾਲ ਬੰਨ੍ਹਦੀ ਇਹ ਦੇਹ ਬੱਧੀ ਹੋਈ ਹੈ, ਸਰੀਰ ਬੱਧਾ ਹੋਇਆ। ਪਰਤ ਪਰਤ ਕੇ ਉੱਥੇ ਕੀ ਗੇੜੇ ਦਿੰਦਾ, ਉਧਰ ਨੂੰ ਖਿੱਚਿਆ ਆਉਂਦਾ ਜਿੱਥੇ ਇਹ ਜੁੜਿਆ ਹੋਇਆ, ਜਿੱਥੇ ਇਹਦਾ ਮੋਹ ਜੁੜਿਆ ਹੋਇਆ। ਉਦੋਂ ਅੱਗੇ ਨਹੀਂ ਮਨੁੱਖ ਕਹੇਗਾ ਮੈਂ ਮੋਹ ਮੁਕਤ ਹੋ ਗਿਆ ਹੈ, ਮੈਨੂੰ ਮੋਹ ਨਹੀਂ, ਮੈਂ ਘਟਾ ਦਿੱਤਾ ਹੈ। ਯਾਦ ਰੱਖਣਾ ਨਹੀਂ, ਤੰਦਾਂ ਨਾਲ ਬੱਧਾ ਹੋਇਆ ਹੈ। ਜੋ ਆਪਣੇ ਪਰਿਵਾਰ ਲਈ, ਆਪਣੇ ਘਰ ਲਈ, ਆਪਣੇ ਕਾਰੋਬਾਰ ਲਈ ਜਿੰਨਾ ਉਹ ਖਰਚ ਕਰਦਾ ਹੈ ਕਿ ਦੂਜੇ ਲਈ ਕਰ ਦੇਵੇਗਾ? ਕਦਾਚਿਤ ਨਹੀਂ। ਜਿਹੜੀ ਭਾਵਨਾ ਉਹ ਆਪਣੇ ਲਈ ਰੱਖਦਾ ਹੈ, ਆਪਣਿਆਂ ਲਈ ਰੱਖਦਾ ਹੈ, ਉਹ ਦੂਜੇ ਲਈ ਨਹੀਂ। ਮੋਹ ਦੀਆਂ ਤੰਦਾਂ ਵਿੱਚ ਬੱਝਾ ਹੋਇਆ ਹੈ, ਕਹਿੰਦਾ ਹੈ ਮੈਂ ਮੋਹ ਮੁਕਤ ਹੋ ਗਿਆ ਹੈ, ਮੋਹ ਨਹੀਂ ਕਰਦਾ। ਮਹਾਰਾਜ ਕਹਿੰਦੇ ਨਹੀਂ, ਇਹਦੇ ਵਿੱਚ ਰੱਸੀਆਂ 'ਚ ਬੱਝਾ ਹੋਇਆ। ਇਹ ਸਰੀਰ ਤੇਰਾ ਜਕੜਿਆ ਹੋਇਆ ਹੈ, ਮਨ ਤੇਰਾ ਮੋਹ ਦੀਆਂ ਤੰਦਾਂ ਵਿੱਚ ਬੱਧਾ ਹੈ। 60 ਮਹਾਰਾਜ ਕਹਿੰਦੇ ਬੜਾ ਮੂਰਖ ਹੈ, ਸੁਣਦਾ ਕਿਸੇ ਦੀ ਨਹੀਂ। ਇੱਥੋਂ ਤੱਕ ਗੁਰੂ ਦੇ ਬਚਨਾਂ ਨੂੰ ਵੀ ਨਹੀਂ ਸੁਣਦਾ। ਸਾਹਿਬ ਦੇ ਬਚਨ ਨੇ ਮੂਰਖਾਂ ਸਿਰ ਮੂਰਖ ਹੈ, ਜੇ ਮੰਨੈ ਨਾਹੀ ਨਾਉ। ਸਿਰੇ ਦਾ ਮੂਰਖ ਉਹ ਆ ਚੋਟੀ ਦਾ, ਜਿਹੜਾ ਨਾਮ ਨੂੰ ਨਹੀਂ ਮੰਨਦਾ, ਭਗਵਾਨ ਦੇ ਬਚਨਾਂ ਨੂੰ ਨਹੀਂ ਮੰਨਦਾ। ਮਹਾਰਾਜ ਕਹਿੰਦੇ ਕਠੋਰ, ਇਹਦੇ ਬੋਲ ਬੜੇ ਕਠੋਰ ਨੇ, ਬੜੇ ਕਰੜੇ ਨੇ, ਬੜੇ ਸਖਤ ਨੇ, ਬੜੇ ਕੌੜੇ ਬੋਲ ਬੋਲਦਾ। ਮਹਾਰਾਜ ਸਾਹਿਬ ਕਹਿੰਦੇ ਕੁਗਿਆਨੀ ਬੁੱਧ ਕਰਕੇ ਗਿਆਨ ਨਹੀਂ, ਅਗਿਆਨ ਨਾਲ ਬੁੱਧੀ ਭਰੀ ਹੋਈ ਆ। ਖੋਟਾ ਗਿਆਨ ਹਾਸਲ ਕੀਤਾ ਹੈ, ਹੋਰ ਗਿਆਨ ਬਹੁਤ ਏ, ਪਰਮਾਤਮਾ ਦਾ ਗਿਆਨ ਕੋਲ ਨਹੀਂ। ਸੱਚੀ ਸਰਕਾਰ ਕਹਿੰਦੇ ਤੈਨੂੰ ਬੰਧਨ ਨੇ, ਧਿਆਨ ਰੱਖ ਤੇਰੇ ਬਚਨਾਂ 'ਚ ਕਠੋਰਤਾ। ਔਰ ਜੀਵਨ ਅੰਦਰ ਜਿਹੜੀ ਇਹ ਕੁਚੀਲਤਾ ਔਰ ਮੈਲਾ ਹੋ ਗਿਆ ਹਿਰਦਾ, ਮੈਲੇ ਵਿਚਾਰਾਂ ਨਾਲ, ਅੰਦਰ ਮਲੀਨਤਾ, ਬੁੱਧੀ ਵਿੱਚ ਕੁਗਿਆਨ ਔਰ ਮਾੜੇ ਵਿਚਾਰ ਖਿਆਲਾਤ, ਬੁਰਾਪਨ ਆ ਗਿਆ। ਔਰ ਜੀਵਨ ਜਿਹੜਾ ਸਰੀਰ ਹੈ ਮੋਹ ਦੀਆਂ ਤੰਦਾਂ ਨਾਲ ਬੱਝਾ ਹੈ, ਮਨ ਕਰਕੇ ਮੂਰਖ ਹੈ, ਬਚਨਾ ਕਰਕੇ ਕਠੋਰ ਹੈ,
और हृदय करके कुचील गंदापन आ गया, अपवित्रता आ गई। बुद्धि करके कुज्ञानी, खोटा ज्ञान, खोटी विचारधारा अपना लई, श्रेष्ठ ज्ञान नहीं आया। महाराज मेहर करदे ने, इन्हां दे कारण फिर धावत भ्रमत रहन नहीं पावत। दौड़दा फिरदा, धावन मैना हुंदा है दौड़ना, ते दौड़दा किवें भरमन दे विच पिया भटकदा। रहन नहीं पावत, किदे स्थिति नहीं मिलदी, किदे टिकाणा ही नहीं मिलदा, किदे टेके बैठ ही नहीं सकदा, कदे इधर नो कदे उधर नो, बेचैन होया है। इन्हां दे कारण बेचैन होया है। इन्हां दे अंदर स्वस्थता लियाउणी सी। महाराज कहंदे कुज्ञान दी जगह ते ज्ञान हुंदा, कुचीलता दी जगह ते पवित्रता हुंदी, सख्त पन दी जगह ते कठोर हृदय दी जगह ते, और जेड़ा सी अंदर कोमलता हुंदी, मूर्खता दी जगह ते गुरु दी मत गुरमुखता आ जांदी। मोह दियां तंदां नूं निवृत्त करके सुतंत्र हो जांदा। महाराज कहंदे रहन नहीं पावत, किदे टिक नहीं सकदा, किदे नूं रहना नहीं मिलदा, टिकाओ नहीं मिलदा। महाराज कहंदे पार ब्रह्म की गत नहीं जानी, क्यों नहीं इनू टिकाओ मिलता, क्यों नहीं स्थिति मिलती। महाराज कहते ने रब की मर्यादा नू नहीं समझिया, परमात्मा की मान मर्यादा नू नहीं समझिया। मनुख इस कदर समझदा है, दूजियां तो गुरेज कर दावे किसी नू देण तो, किसी गल जिहड़ी संसारी आ उहदे तो रिश्तेदारी आदि गल्लां तो गुरेज कर जावे, ते कहेगा बई मैं मोह जिहा ज़्यादा नहीं करता। पर महाराज साहब कहते जिहड़ा घर दियां तंदां नाल जुड़िया होया है और उहदा की हाल करेगा, उन्हां नूं कट पराए ते करेगा, उहदे विच परोपकार उहनूं कहंदे ने जिहदे विच स्वै प्रयोजन कोई ना होवे। आपां किसी भुखे नूं तुर जांदे नूं रोटी खवाती, उहदे तो इच्छा कोई नहीं बई ये किते आपां नूं खवावे जां अपने किते काम आवे, कोई इच्छा नहीं। किसी राही नूं प्यासे नूं पानी पिला दिता, कोई इच्छा नहीं। उहनूं परोपकार कहंदे ने। ते जिहड़ी इच्छा आ और इहदे तो मैनूं कुछ मिले वो दे दे मंगे सहसा गुना, सोभ करे संसार। वो तो देंदा है ते हज़ारां गुना मंगदा है। लोग मेरी जिहड़ी उपमा करन, महाराज सच्चे पातशाह कहंदे उन्हां तंदां तो बच बचिया तां नहीं रब दी गत मर्यादा नहीं समझी। मोह अपनिਆਂ ਦਾ हमेशा हुंदा है, मोह अपने वल हुंदा है खिच्चण दा, मोह अपने घर का हुंदा, परिवार का हुंदा है, संसार का हुंदा है, देह का हुंदा है, शरीर का हुंदा है। इहदा मतलब दूजा भी ना ले लिया जे बई इहनूं छड्ड के भज जाना है, ये गुरमत नहीं जे, ये गुरु की मत नहीं। इहदे विच रहना है ते पकड़ नूं घटाउणा है। जिवें पानी दे विच कवल रहिंदा है ना, पर पानी उहदियां पत्तियां नूं छूंहदा नहीं है, तैनूं छुवे ना। ते मन विच इह ना आवे कि मेरी माया ना चली जाए, मेरा आ कारोबार ना चला जाए। हाँ सुचज्जे ढंग नाल चलाउणा है, पर परोपकार करना है ते कराउणा है, उहदी पकड़ दे विच ना फस। और सच्ची सरकार कहंदे उस जाल चों तां निकलेगा, बचेगा इहदे विच रह के, जे कदे तेरी उच्चे नाल प्रीत होवेगी। कवल पानी विच नहीं जे डुबदा, प्रकृति दा निज़म परमात्मा ने बनाया है, उहदा प्रेम सूरज नाल है। तेरा किते उच्चे परमात्मा नाल प्रेम हो जाए, जिहड़ा सब ते वड्डा सतगुरु नानक जिन कल राखी मेरी, जिहड़ा सूरजां दा महा सूरज है। कदे संसार समुंदर च डुबेगा नहीं, डुबिया तां दुखी तां होया, पार ब्रह्म की गत नहीं जानी। महाराज कहंदे जोबन
रूप माया मदमाता। जोबन जवानी, एक धन दौलत एक जवानी, दोने ही काम जेड़े है इन्हों संभालना औखा। ये हलारियां च किसी नूं पल्ले नहीं बनता, ताकत ते बल है। एक रूप सुंदर और बहुत ज़्यादा। महाराज कहते एक माया आ गई, एक तो जवानी एक सुंदरता, दूजी माया। ये मद हंकार विच मस्त होया फिरदा, पल्ले नहीं किसी नूं बनदा। माया दे नाल फिर मद, और मद आद शराब आद नशियां दा सेवन करदा है। महाराज कहंदे इन्हां विच मस्तिया क्यों ये करन लगा? पार ब्रह्म की गत नहीं जानी, परमात्मा नूं नहीं जानिया कि परमात्मा की चाहुंदा है, परमात्मा की कहंदा है। ਇਹਦੇ ਵਿੱਚ ਮਸਤ ਹੋ ਗਿਆ। ਮਹਾਰਾਜ ਕਹਿੰਦੇ ਵਿਚਰਤ ਬਿਕਲ ਵੱਡੋ ਅਬਮਾਨੀ। ਵਿਚਰਤ ਸੰਸਾਰ ਵਿੱਚ ਵਿਚਰਦਾ, ਬਿਕਲ ਬੜਾ ਭਿਆਨਕ ਵਿਆਕੁਲਤਾ ਦੇ ਸਹਿਤ ਹੋ ਕੇ, ਬੇਚੈਨ ਹੋ ਕੇ, ਵੱਡੋ ਅਬਮਾਨੀ अंदरों बेचैन है, बड़ा हंकारी आ। मेरा रूप सुंदर है, मेरे को माया बड़ी है, मेरिया भावें 4 पुस्तां खाधी जान, हाथ ना हिलाउण आ ना करन। बई बाकी सारे पिंगले ही जमे हुए ने कि उन्होंने कोई हाथ नहीं हिला सकना। रब अगे अरदास कर, महाराज इन्हों समत बख्शण, अपनी किरत आप और जड़ी करके खान। सियाने बजुर्ग ने एक गल सुनाई, कहते राजे दा पुत्र राजा बनिया, उन्हें बाप वाले राज नूं पा लिया। एक अनसान पिता दे चलाई प्रथा बनाई, दौलत बनाए, घर ते बैठ गया, मालक बन गया। कहते उहदा अपना की है? कुछ ऐसे भी पिता की बुनाई नूं भी गवा देंदे ने, चाहे वह इज्जत होवे, चाहे वह दौलत होवे, घर होवे, कुछ भी होवे, उन्हों भी गवा देंदे ने। कुछ वो ने जेड़े उदों भी अगे चल पड़ते ने। कहते वो बजुर्ग कहन लगा, कहते स्वाद तां है जिन्हों कहने ना आप आपदे पैरां ते खला होना। अपनी कमाई कर, फिर तेनों पता लगेगा किवें आ। और किसे दे उडारियां मारनियां अध्यात्मकता अंदर भी मैं वेख्या। वो साडे जेड़े महापुरुष है ना, वो तो बड़े बई तेरे पल्ले की आ, वो तो बड़े ने, तेरे पल्ले की आ बई। वो साडा फलाना जड़ा ना बड़ी बाणी पढ़दा, वो पढ़दा है, ओदे हौमे ओदी तू क्यों करी जाना बाणी? वो पढ़दा, ओदा तेनू फायदा की? तू की करदा है? वो देख। ताई साहब ने कहा ही अपनड़े गिरीवान में सिर नीवा कर देख। इवें दूजिया ते अभिमान करी जाना, हौमे करी जानी। हाँ अच्छा कर कि वैगुरु मेरे ते कृपा कीती हो, मैं सतसंगत च आउणा है, कृपा कर तेरा नाम जपा, तेरी बाणी सुना, बाणी पढ़ा, कीर्तन करा, कीर्तन सुना, कथा करा, कथा सुना। महाराज मेरे ते कृपा जिथे इन्नी कीती हो, कृपा कर मैं धर्म दी किरत कर सकां, कफलाबाजी ना करा। महाराज कहंदे बहुत वड्डा अभिमान ने अंदर लैके तुरया फिरदा मेरे कोल ए आ। पर धन पर अपवाद नार निंदा। महाराज कहंदे ये जिहड़ा उपर दसिया पर धन, पराए धन मैनू प्राप्त किवें होवे, जां पराए दा वाधा धन वेख के सड़ना, ये तो ना कहना बई मैं आप कमाई करांगा, वेखना भी इनू बर्बाद किवें कीता जावे, इहदे सुख विच खालाला किवें पाया जाए। पर अपवाद, परायां दे नाल अपवाद, लड़ाइयां झगड़े करने, तू मैं एवें बिना वधाई कीती जानी। और महाराज कहंदे नार निंदा। महाराज सच्चे पातशाह कहंदे पर स्त्रियां नूं देख कर, तन नूं देख के लुभाईमान होना, बेकारी बिरतियां जागनियां। सच्ची सरकार कहंदे यह मिठी जी माए हे तानी। ये जिन्ना कुर ऊपर दसिया ना साहब ने, कह लगे यह मिठी, इन्हां नूं मिठा करके जानदा।
बई ये बड़ा चंगा काम आ, इधरों मैनू कोई रोके ना टोके ना, कहे बई वाह बई वाह बड़ा चंगा काम करदा सो। ਇਹ ਇਹਨਾਂ ਨੂੰ ਮਿੱਠੇ ਕਰਕੇ ਆਪਣੇ ਜੀ ਅੰਦਰ ਉਹਦੇ ਵਿੱਚ ਹਿਤਾਨੀ ਇਹਨਾਂ ਨਾਲ ਹਿੱਤ ਕਰਦਾ, ਪ੍ਰੇਮ ਕਰਦਾ, ਬਈ ਇਹ ਬੜੇ ਮੈਂ ਚੰਗੇ ਕੰਮ ਕਰਦਾ। ਮਹਾਰਾਜ ਕਹਿੰਦੇ ਜੀਵ ਇਹਨਾਂ ਨਾਲ ਇਹਨਾਂ ਦਾ ਹਤੈਸ਼ੀ ਬਣਿਆ ਤੇ ਇਹ ਮਾੜੇ ਪਾਸੇ ਤੁਰਨ ਵਾਲਾ, ਇਹ ਕੁਝ ਕਰਨ ਵਾਲਾ। ਬਲ ਬੰਚ ਛਪ ਕਰਤੇ ਉਪਾਵਾ, ਬਲ ਬੰਚ ਕਹਿੰਦੇ ਨੇ ਠੱਗ, ਤੇ ਇਹੋ ਜਿਹਾ ਬੰਦਾ ਜਿਹੜਾ ਫਿਰ ਉਹ ਠੱਗੀਆਂ ਠੋਰੀਆਂ ਵੀ ਮਾਰਦਾ। ਜਿਹਨੇ ਇਹ ਉੱਪਰ ਅਵਗਣ ਦੱਸੇ ਨੇ, ਇਹੋ ਜਿਹੇ ਅਵਗਣ ਯਾਰਾ ਉਹ ਠੱਗੀਆਂ ਠੋਰੀਆਂ ਵੀ ਮਾਰਦਾ ਹੈ। ਉਹਨੇ ਨਹੀਂ ਕਹਿਣਾ ਕਿ ਆ ਤੇਰੀ ਚੀਜ਼ ਜਿਹੜੀ ਹੈ ਇੰਨੇ ਦੀ ਹੈ ਤੇ ਸੱਜਣਾ ਮੈਂ ਇੰਨੇ ਕੋ ਆਪਣਾ ਮਾਰਜਨ ਰੱਖ ਕੇ ਤੇਰੇ ਤੋਂ ਖਰੀਦਾਂਗਾ। ਉਹਨੇ ਦੇਖਣਾ ਬਈ ਕਿਵੇਂ ਦੀ ਲੁਪਰੀ ਲਾਵਾਂ, ਔਰ ਇਹ ਮੈਨੂੰ ਅੱਧ 'ਚ ਹੀ ਦੇ ਦੇ ਲੱਤੇ ਪੱਤੇ ਨਾਲ ਤੇ ਮੈਂ ਅੱਗੇ ਕਰ ਲਵਾਂ। ਮਹਾਰਾਜ ਸਾਹਿਬ ਕਹਿੰਦੇ ਠੱਗਦਾ ਹੈ, ਇੱਕ ਠੱਗੀ ਹੈ ਕਿਸੇ ਨੂੰ ਭੁਲਚਾਵਾ ਦੇ ਕੇ ਉਹਦਾ ਸਭ ਕੁਝ ਹੀ ਲੁੱਟ ਪੁੱਟ ਕੇ ਲੈ ਜਾਣਾ ਔਰ ਉਹਦੇ ਨਾਲ ਠੱਗੀ ਮਾਰ ਜਾਣੀ। ਕਹਿ ਕੇ ਤਾਂ ਉਹਦੇ ਤੋਂ ਕੁਝ ਆਧਾਰ ਸੁਧਾਰ ਲੱਗਿਆ, ਉਹਨੇ ਵਾਪਸ ਕਰਨ ਦਾ ਕਰਾਰਨਾਮਾ ਕਰ ਲਿਆ, ਭਰੋਸਾ ਕਰਕੇ ਦੇਤਾ, ਲੈ ਕੇ ਫੁਰ ਹੋ ਗਿਆ, ਪਰਤ ਕੇ ਮੂੰਹ ਨਾ ਦਿਖਾਇਓ, ਠੱਗੀ ਮਾਰ ਗਿਆ। ਮਹਾਰਾਜ ਕਹਿੰਦੇ ਛਪ ਛਪ ਕੇ ਛੁਪ ਕੇ ਕਰਤ ਉਪਾਵਾ, ਆ ਉੱਪਰਲੇ ਅਵਗਨਾਂ ਲਈ ਉਪਾਅ ਕਰਦਾ ਹੈ, ਯਤਨ ਕਰਦਾ ਹੈ, ਲੋਕ ਛਿਪ ਕੇ ਇਹ ਕਰਦਾ ਹੈ ਅਵਗਣ ਗੁਨਾਹ ਗੁਸਤਾਖੀਆਂ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਲੁਕ ਜਾ। ਸਾਹਿਬ ਤਾਂ ਕਹਿੰਦੇ ਭਾਵੇਂ ਕੋਈ ਧਰਤੀ ਵਿੱਚ ਬਹਿ ਕਮਾਈ, ਭਾਵੇਂ ਕੋਈ ਧਰਤੀ ਵਿੱਚ ਨਾ ਗੁਫਾ ਬਣਾ ਕੇ ਉੱਥੇ ਸਭ ਕੁਝ ਕਰੇ। ਮਹਾਰਾਜ ਕਹਿੰਦੇ ਪੇਖਤ ਸੁਣਤ ਪ੍ਰਭ ਅੰਤਰ ਜਾਮੀ, ਉਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸੱਚਾ ਪਾਤਸ਼ਾਹ ਤੈਨੂੰ ਵੇਖਦਾ ਹੈ। ਤੇ ਜਿਹੜੀਆਂ ਬੋਲੀਆਂ ਤੂੰ ਬੋਲਦਾ ਹੈ ਨਾ, ਮੇਰੀ ਤਰ੍ਹਾਂ ਬਾਹਰੋਂ ਕਥਾ, ਮੇਰੀ ਤਰ੍ਹਾਂ ਬਾਹਰੋਂ ਕੀਰਤਨ ਔਰ ਬਹੁਤ ਕੁਝ ਚੰਗਾ ਬੋਲਣਾ, ਪਰ ਅੰਦਰ ਦੀ ਤੇਰੀ ਆਵਾਜ਼ ਕੀ ਹੈ ਉਹਨੂੰ ਸੁਣਦਾ ਵੀ ਹੈ ਪਰਮਾਤਮਾ, ਕਿ ਅੰਦਰ ਤੇਰੇ ਕੀ ਹੈ, ਉਹ ਅੰਦਰ ਦੀ ਜਾਣਨ ਵਾਲਾ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਮੂਰਖਾਂ ਨੇ ਰੱਬ ਦੂਰ ਜਾਣਿਆ, ਗੁਰਮੁਖਾਂ ਨੇ ਜਾਣਿਆ ਉਹ ਵੇਖਦਾ, ਉਹ ਸੁਣਦਾ, ਸਦ ਸੁਣਦਾ ਸਦ ਵੇਖਦਾ। ਔਰ ਮਹਾਰਾਜ ਕਹਿੰਦੇ ਪੇਖਤ ਸੁਨਤ ਪ੍ਰਭ ਅੰਤਰ ਜਾਮੇ, ਉਹ ਵੇਖਦਾ ਸੁਣਦਾ ਆ। ਸੀਲ ਧਰਮ ਦਇਆ ਸੁਚ ਨਾਸਤ, ਸਾਹਿਬ ਕਹਿੰਦੇ ਅੰਦਰ ਸੀਤਲ ਸੁਭਾਅ ਆਉਣਾ ਸੀ, ਜਿੱਥੇ ਕਠੋਰ ਸੀ ਨਾ ਔਰ ਉੱਥੇ ਸੀਤਲ ਸੁਭਾਅ ਆਉਣਾ ਸੀ। ਤੇ ਮਹਾਰਾਜ ਕਹਿੰਦੇ ਅੰਦਰ ਧਰਮ ਤੇ ਦਇਆ ਆਉਣੀ ਸੀ, ਧਰਮੀ ਹੋਣਾ ਸੀ। ਜੇ ਅੰਦਰ ਦਇਆ ਆਉਂਦੀ, ਨਾ ਦਇਆ ਆਈ ਨਾ ਧਰਮ ਪ੍ਰਗਟ ਹੋਇਆ, ਨਾ ਸੋਚਾ। ਜਿੱਥੇ ਕੁਗਿਆਨੀ ਅਪਵਿੱਤਰ ਸੀ ਨਾ, ਉੱਥੇ ਸੋਚ ਆਉਣਾ ਸੀ, ਪਵਿੱਤਰਤਾ ਆਉਣੀ ਸੀ, ਸ਼ੁੱਧਤਾ ਆਉਣੀ ਸੀ। ਮਹਾਰਾਜ ਕਹਿੰਦੇ ਉਹ ਅੰਦਰੋਂ ਮਾੜਾਪਨ ਚਲਾ ਜਾਣਾ ਸੀ, ਸ਼ੁੱਧੀਕਰਨ ਹੋ ਜਾਣਾ ਸੀ। ਨਸਤ ਔਰ ਨਾ ਪਲਸ ਅਸਤ, ਮਹਾਰਾਜ ਕਹਿੰਦੇ ਨਾ ਅਸਤ, ਅਸਤ ਮੈਂ ਨਾ ਹੈ ਨਾ ਨਹੀਂ, ਉਹ ਤੇਰੇ ਅੰਦਰ ਆ ਗੁਣ ਹੈ ਹੀ ਨਹੀਂ, ਨਾਸ ਹੋ ਗਏ। ਅਗਰ ਤੂੰ ਇਹ ਗੁਣ ਧਾਰਨ ਕਰ ਲੈਂਦਾ, ਉਹ ਨਾਸ ਹੋ ਜਾਂਦੇ। ਤੂੰ ਉਹਨਾਂ ਅਵਗਣਾਂ ਨੂੰ ਧਾਰਨ ਕੀਤਾ, ਸੀਲ ਧਰਮ ਦਇਆ ਸੁਚ ਨਾਸਤ, ਤੂੰ ਇਹਨਾਂ ਦਾ ਹੀ ਫਨਾ ਕਰਤਾ, ਅਵਗਣ ਇਕੱਠੇ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਇਓ ਸਰਣ ਜੀ ਕੇ ਦਾਨੀ, ਜੀ ਦਾਨ ਦੇਣ ਵਾਲੇ ਮੇਰੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਆਏ ਆ, ਸਾਡੇ ਤੇ ਕਿਰਪਾ ਕਰ। ਉਹਦੇ ਅੱਗੇ ਅਰਦਾਸ ਕਰ, ਵਾਹਿਗੁਰੂ ਮੈਨੂੰ ਸੀਲ ਧਰਮ ਦਇਆ ਸੁਚ ਨਾਸਤ, ਅਵਗਣਾਂ ਦਾ ਨਾਸ਼ ਹੋਵੇ, ਇਹ ਸ਼ੁਭ ਗੁਣ ਪ੍ਰਾਪਤ ਹੋਣ, ਤੇਰੀ ਸ਼ਰਨ ਆਏ ਆ, ਸਾਡੇ ਤੇ ਕਿਰਪਾ ਕਰ। ਭਟੋ ਐਉਂ ਅੰਦਰੋਂ ਭਾਵਨਾ ਬਣਾਓ, ਦੁਨੀਆ ਦੇ ਲੋਗੋ ਐਉਂ ਭਾਵਨਾ ਬਣਾਓ ਉੱਪਰਲੇ ਅਵਗਣ ਨਾਸ਼ ਹੋਣ, ਸ਼ੁਭ ਗੁਣਾਂ ਦਾ ਵਾਸਾ ਹੋ ਜਾਵੇ। ਉਹਦੀ ਸ਼ਰਨ ਆ ਕੇ ਉਹਦੇ ਅੱਗੇ ਅਰਜ਼ੋਈ ਕਰੀਏ। ਕਰਨ ਕਾਰਨ ਸਮਰੱਥ ਸ੍ਰੀ ਧਰ, ਸਾਰੇ ਕਾਰਨਾਂ ਦਾ ਔਰ ਜਿੰਨੇ ਕਾਰਨ ਬਣਦੇ ਆ ਉਹਨਾਂ ਦਾ ਕਰਨ
ਉਹਨਾਂ ਦੇ ਕਰਨ ਨੂੰ, ਉਹਨਾਂ ਦੇ ਬਨਾਵਟ ਬਣਾਉਣ ਨੂੰ, ਉਹਨਾਂ ਦੇ ਪੂਰੇ ਕਰਨ ਵਾਸਤੇ ਜਿਹੜਾ ਸਭ ਦਾ ਸ਼੍ਰੋਮਣੀ ਔਰ ਅਕਾਲ ਪੁਰਖ ਵਾਹਿਗੁਰੂ ਲక్ష్ਮੀ ਦਾ ਪਤੀ, ਮਾਇਆ ਨੂੰ ਵੀ ਪੈਦਾ ਕਰਨ ਵਾਲਾ ਹੈ ਨਾ, ਸਮਰੱਥ ਹੈ, ਉਹ ਸਰਬ ਸ਼ਕਤੀਮਾਨ ਹੈ, ਉਹ ਸਭ ਕੁਝ ਕਰ ਸਕਦਾ ਹੈ। ਉਹਦੇ ਚਰਨਾਂ ਦਾ ਆਸਰਾ ਲੈ ਤੇ ਅਰਜ਼ੋਈ ਕਰ ਰਾਖ ਲਿਓ ਨਾਨਕ ਕੇ ਸੁਆਮੀ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਰਾਖ ਲਿਓ, ਬਚਾ ਲਵੋ, ਸਾਡੀ ਰਕਸ਼ਾ ਕਰੋ, ਰਹਿਮਤ ਵਰਸਾਓ। ਕੀਰਤ ਕਰਨ ਸਰਣ ਮਨ ਮੋਹਨ ਜੋਹਨ ਪਾਪ ਬਧਾਰਨ ਕੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀਰਤ ਕਰਨ, ਤੇਰੀ ਕੀਰਤੀ ਕਰਦੇ ਨੇ, ਔਰ ਸ਼ਰਨ ਵਿੱਚ ਆ ਕੇ ਹੇ ਮਨ ਨੂੰ ਮੋਹਿਤ ਕਰਨ ਵਾਲੇ ਮੇਰੇ ਮਾਲਕ ਵਾਹਿਗੁਰੂ, ਤੇ ਜੋਹਨ ਤੱਕਦੇ ਨੇ ਪਾਪ ਬਧਾਰਨ ਕੋ। ਤੇਰੀ ਸ਼ਰਨ ਆ ਕੇ ਨਾ ਤੇਰੇ ਵੱਲੇ ਉਹ ਤੱਕਦੇ ਆ, ਵੇਖਦੇ ਆ ਕਿ ਕਾਹਦੇ ਲਈ ਤੱਕਦੇ ਆ ਮਹਾਰਾਜ? ਪਾਪ ਬਧਾਰਨ ਕੋ, ਪਾਪਾਂ ਦਾ ਨਾਸ਼ ਕਰਨ ਵਾਸਤੇ। ਸਾਡੇ ਪਾਪਾਂ ਦਾ ਨਾਸ਼ ਕਰੋ, ਸਾਡੇ ਹਿਰਦੇ ਪਵਿੱਤਰ ਹੋ ਜਾਣ। ਹਰ ਤਰਨ ਤਰਨ ਸਮਰੱਥ ਸਭੈ ਬਿਦ। ਮਹਾਰਾਜ ਆਪ ਸਾਰੀਆਂ ਵਿਧੀਆਂ ਕਰਕੇ, ਸਾਰੇ ਢੰਗ ਤਰੀਕਿਆਂ ਕਰਕੇ ਤੂੰ ਸਮਰੱਥ ਹੈ। ਤੇ ਮੇਰੇ ਵਾਹਿਗੁਰੂ, ਅਸੀਂ ਜੀਵ ਡੁੱਬਦੇ ਜਾ ਰਹੇ ਹਾਂ ਅਵਗੁਣਾਂ ਦੇ ਵਹਿਣ ਦੇ ਅੰਦਰ, ਸੰਸਾਰ ਦੇ ਅੰਦਰ। ਮਹਾਰਾਜ ਤੂੰ ਸਾਡੇ ਪਾਰ ਉਤਾਰੇ ਵਾਸਤੇ ਹਰੀ ਪਰਮਾਤਮਾ, ਤੂੰ ਸਾਨੂੰ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੈ। ਤੂੰ ਸਾਨੂੰ ਤਾਰ ਦੇ, ਇਹਦੇ ਵਿੱਚੋਂ ਬੇੜਾ ਬੰਨੇ ਲਾ। ਸਾਰੀਆਂ ਵਿਧੀਆਂ ਕਰਕੇ ਤੂੰ ਸਮਰੱਥ ਆ। ਕੁਲੈ ਸਮੂਹ ਉਧਾਰਨ ਸੋ। ਹੇ ਮੇਰੇ ਵਾਹਿਗੁਰੂ, ਜਿਹੜਾ ਤੇਰੀ ਸ਼ਰਨ ਆ ਜਾਂਦਾ ਹੈ, ਤੇਰੇ ਚਰਨਾਂ 'ਚ ਅਰਦਾਸ ਬੇਨਤੀ ਆ ਕਿ ਸਾਡੇ ਕੁੱਲ ਦਾ ਪਾਰ ਉਤਾਰਾ ਹੋ ਜਾਵੇ। ਭਗਤ ਆਪਣੀ ਕੁੱਲ ਵੀ ਤਾਰ ਲੈਂਦਾ, ਜਪਣ ਵਾਲਾ, ਅੰਦਰੋਂ ਚੱਲਿਆ ਹੋਇਆ, ਬਾਹਰੋਂ ਵੀ ਜੁੜਿਆ ਹੋਇਆ, ਅੰਦਰੋਂ ਵੀ ਜੁੜਿਆ ਹੋਇਆ। ਔਰ ਮਹਾਰਾਜ ਸਾਹਿਬ ਕਹਿੰਦੇ ਨੇ, ਔਰ ਜੇ ਉਹ ਪਿਆਰਿਓ ਅੰਦਰੋਂ ਜੁੜਿਆ ਨਹੀਂ ਤੇ ਮੰਜ਼ਲ ਤੱਕ ਨਹੀਂ ਪਹੁੰਚੇਗਾ, ਮਾਲਕ ਤੱਕ ਨਹੀਂ ਪਹੁੰਚੇਗਾ। ਬਾਹਰੋਂ ਤਾਂ ਦਿਸੇਗਾ, ਆ ਜਿਵੇਂ ਤਾਰ ਹੁੰਦੀ ਨਾ ਲਾਈਟ ਵਾਲੀ, ਇੱਕ ਉਹਦੇ ਤੇ ਪਲਾਸਟਿਕ ਚੜਿਆ ਹੁੰਦਾ ਹੈ, ਤੇ ਇਹ ਉਹ ਕਿਤੇ ਖਿੱਚਣ ਦੇ ਨਾਲ ਅੰਦਰੋਂ ਜਿਹੜੀ ਤਾਂਬੇ ਦੀ ਜਾਂ ਸਿਲਵਰ ਹੈ ਪਨ, ਉਹ ਟੁੱਟ ਕੇ ਉਹਦਾ ਗੈਪ ਪੈ ਜੇ, ਤੇ ਬਾਹਰੋਂ ਉੱਤੋਂ ਜਿਹੜੀ ਹੈ ਪਲਾਸਟਿਕ ਉਹ ਜੁੜੀ ਹੋਈ ਦਿਸੇ, ਤੇ ਦੇਖਣ ਨੂੰ ਆਖੀ ਜਾਈਏ ਬੜੀ ਸੋਹਣੀ ਆ ਯਾਰ, ਇਹ ਤਾਂ ਅਜੇ ਨਵੀਂ ਆ, ਕਿਤੇ ਉਹ ਵੇਖਣਾ ਉੱਤੋਂ ਟੁੱਕ ਵੀ ਨਹੀਂ ਲੱਗਾ ਸੋ। ਔਰ ਅਜੇ ਤਾਂ ਨਵੀਂ ਪਈ, ਪਰ ਚੱਲਦੀ ਕਿਉਂ ਨਹੀਂ? ਉਹ ਚੱਲੇਗੀ ਤਾਂ ਲਾਈਟ ਤਾਂ ਆਵੇਗੀ, ਬਲਬ ਤਾਂ ਜਲੇਗਾ, ਅੰਦਰੋਂ ਜੁੜੀ ਹੋਣ ਕਰਕੇ। ਬਾਹਰੋਂ ਭਾਵੇਂ ਨਗੂਣੀ ਜੀ ਹੋਵੇ, ਉਹ ਰਵੜ ਚੱਜ ਦੀ ਨਾ ਹੋਵੇ ਸਜਣੋ, ਤਨ ਭਾਵੇਂ ਚੱਜ ਦਾ ਨਾ ਹੀ ਹੋਵੇ, ਨਗੂਣਾ ਜਿਹਾ ਹੀ ਹੋਵੇ, ਇਹਦੀ ਜ਼ਿਆਦੀ ਸਜਾਵਟ ਠਾਠ ਬਾਠ ਨਾ ਹੀ ਹੋਵੇ, ਅੰਦਰੋਂ ਸੁਰਤ ਜੁੜੀ ਹੋਵੇ, ਤੇ ਸੱਚੀ ਮੁੱਚੀ ਅੰਦਰ ਦਾ ਬਲਬ ਜਗ ਪਏਗਾ। ਅੰਦਰ ਦਾ ਬਲਬ ਤਾਂ ਜਗਣਾ ਹੈ ਜੇ ਕਿਤੇ ਅੰਦਰੋਂ ਸੁਰਤ ਜੁੜ ਗਈ। ਹੁਣ ਜਿਹੜਾ ਜਪਣਾ ਹੈ, ਸਿਮਰਨ ਕਰਨਾ ਹੈ ਨਾ, ਇਹ ਉਹ ਤਾਰਾਂ, ਉਹ ਕਨੈਕਸ਼ਨ ਜੋੜਨ ਵਾਸਤੇ ਆ। ਤਾਰਾਂ ਜੋੜੀ ਰੱਖੀਆਂ, ਨਿਤਨੇਮ ਕਰਨਾ, ਸੰਗਤ ਵਿੱਚ ਆਉਣਾ, ਬਾਣੀ ਨੂੰ ਸੁਣਨਾ, ਕਥਨ ਨੂੰ ਸੁਣਨਾ, ਕੀਰਤਨ ਨੂੰ ਸੁਣਨਾ, ਇਹ ਆ ਕਨੈਕਸ਼ਨ ਜੋੜੀ ਰੱਖਣਾ। ਤੇ ਗੁਹਾਰ ਲਾਉਂਦੇ ਰਹਿਣਾ ਕਿ ਮਹਾਰਾਜ ਸਾਡਾ ਵੀ ਬਲਬ ਜਲਾਓ। ਜਿਹੜਾ ਬੰਦਾ ਕਨੈਕਸ਼ਨ ਪੁੱਟ ਦੇਵੇ, ਤਾਰਾਂ ਪੁੱਟ ਦੇਵੇ, ਤੇ ਫਿਰ ਉਹ ਕਿਵੇਂ ਆਸ ਕਰ ਸਕਦਾ ਵੀ ਮੇਰੇ ਘਰੇ ਬਲਬ ਜਗ ਪਏਗਾ? ਕਨੈਕਸ਼ਨ ਜੁੜਿਆ ਹੋਇਆ। ਜਦ ਬੱਤੀ ਆਵੇਗੀ, ਭਾਵੇਂ ਅੱਜ ਆ ਜੇ, ਭਾਵੇਂ ਕੱਲ ਆ ਜੇ, ਭਾਵੇਂ ਝੱਟ ਆ ਜੇ, ਭਾਵੇਂ ਪਲ ਆ ਜਾਏ, ਉਦੋਂ ਹੀ ਉਹ ਬਲਬ ਜਗ ਪਵੇਗਾ। ਜਿਹਨੇ ਕਨੈਕਸ਼ਨ ਪੁੱਟਿਆ ਉਹਨੂੰ ਦੁਬਾਰਾ ਫਿਟਿੰਗ ਕਰਾਣੀ ਪਏਗੀ, ਤਾਰਾਂ ਪਵਾਉਣੀਆਂ ਪੈਣਗੀਆਂ, 100 ਸਿਆਪੇ ਕਰਨੇ ਪੈਣਗੇ, ਫੇਰ ਕਿਤੇ ਆਸ ਹੋਵੇਗੀ। ਮਹਾਰਾਜ ਕਹਿੰਦੇ ਸਿੱਖਾ, ਸਿਮਰਨ ਕਰਨਾ, ਨਿਤਨੇਮ ਕਰਨਾ, ਗੁਰਦੁਆਰੇ ਮੰਦਰ ਮਸਜਿਦ ਆਣਾ, ਪ੍ਰਭੂ ਨੂੰ ਧਿਆਣਾ, ਪ੍ਰਭੂ ਦੀ ਯਾਦ ਵਿੱਚ ਸਮਾਂ ਗੁਜ਼ਾਰਨਾ, ਇਹ ਤੇਰਾ ਕਨੈਕਸ਼ਨ ਜੁੜਿਆ ਹੋਇਆ ਹੀ। ਜਿੱਦਣ ਉਹਦੀ ਕਿਰਪਾ ਹੋਈ, ਲਾਈਟ ਆਈ, ਤੇਰੇ ਅੰਦਰ ਦੀ ਜੋਤ ਜਗ ਪਵੇਗੀ, ਚਾਨਣਾ ਹੋ ਜਾਵੇਗਾ। ਮਹਾਰਾਜ ਕਹਿੰਦੇ ਉਹ ਕੁੱਲ ਨੂੰ ਉਧਾਰਨ ਵਾਸਤੇ ਔਰ ਕਰਦੇ ਨੇ ਚਿਤ ਚੇਤ ਆਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਇਓ ਕਤ ਧਾਉ। ਮਹਾਰਾਜ ਸਾਹਿਬ ਕਹਿੰਦੇ, ਹੇ ਆਚੇਤ,
हे बेसमझ मन, तू जेड़ा अंदरों ना चित ला के चेते कर ते और जेड़ा है चेत सिमरन कर परमात्मा दा। हे बेसमझ मन अचेत मन, तू चित नाल अंदरों चित नाल चेत याद कर परमात्मा नूं ते जान ये समझ जान सत संगत, सत संगत दे विच बैठ के सत संगत सत संगी हो के सत संगी सुभाव बना के भरम अंधेर मोयो कत धौं, कादे लई भरम दे अंधेरे दे विच और धौंकदा फिरदा दौड़दा फिरदा इधर उधर, किते परमात्मा नूं चितवा ਉਹਦਾ चिंतन कर, तेरे अंदर दी चिंता नाश हो जाएगी। ओनू सिमर मूरत घरी चसा पल सिमरन, राम नाम रसना संग लो। महाराज कहंदे मूरत दो घड़ियां, ते जे मूरत घड़ी जे घड़ी पहला आ जांदी घड़ी मूरत हुंदा, फिर मूरत दा अर्थ अद्धी घड़ी बन जाना सी। ये मूरत शब्द पहला आने करके दो घड़ियां ते घड़ी एक घड़ी चसा थोड़ा जिहा समा और 15 कुछ विसियां दा समा और पल 60 पलां दी घड़ी हुंदी आ। ते और महाराज साहब कहंदे ने इस तरह जिहड़ा है ना पल समा, इन्ना समा भी जिहड़ा है ना सिमरन राम नाम रसना संग लो, रसना नाल जबान नाल इन्ना समा ही जप लिया कर, वो दो घड़ियां ही जप लिया कर, वो चसा पल ही जप लिया कर, तेरा भला हो जाएगा। महाराज कबीर साहब ने बचन कहे, महाराज कबीर साहब कहते कबीर एक घड़ी आदि घड़ी आदि हूं ते फुन आद, भगतन सेती गोष्ठे जो कीने सो लाभ। ते विद्वाना ने घड़ी का समा और 23 मिनट 24 मिनट उलीकिया है, दोनों के विचाले ना 25 है ते ना 21 आ, और 23:30 24 मिनट की घड़ी आ। कहते दो घड़ियां 48 मिनट ला लो, जे 24 मिनट की लाओ, कहते तू 48 मिनट ही रब की याद च गुजार लिया कर, दोवें समय 24 मिनट उस समय 24 मिनट उस समय, ते किन्ना जोड़ बन जाऊ। कहना भी समा नहीं। महाराज कबीर साहब कहते अद्धी घड़ी 12 मिनट ही सही, इन्ना की गुजार लिया कर, इथों भी भज गया मनुख। कहते आदि हूं ते फुन आद, अद्धी चो आधा 6 मिनट बन गया ना, 6 मिनट ही जप लिया कर। जे इन्ना जपेगा रब दे सतसंगियां ना मिल के गुरु गुरु जपेगा, जो कीने सो लाभ, जेड़ा ये कुछ करेगा नू लाभ ही लाभ आ, टोटा कदई नहीं आउंदा। और महाराज साहब कहते फिर तेरे जिन्ना जीवन आ उहदे विच किन्ना समा बन जाएगा। सच्ची सरकार कहते सजना दो घड़ियां एक घड़ी और चसा पल, सिमरन राम नाम रसना संग लो, रसना नाल ही जप लिया कर। अंदर तो जे बाद च चलेगा ना, पहला रसना तो ही काम शुरू होना, जबान तो ही, जबान दे तो ही भोजन अंदर जाता है, जबान तो ही रस का पता लगता, खट्टे मिठे कड़वे तत्ते ठंडे का, और ज्ञान जुबान तो ही होना है। जबान नाल जपेगा ते जबान नाल रस शरीर दे विच उतर जाता है। कहते नाम दा रस भी तेरे जर्रे जर्रे अंदर उतर जाएगा जे जपेगा। रसना नाल जप, और जप परमात्मा नू होछो काज अल्प सुख बंधन, जेड़े होछे अजाई फजूल काज ने अल्प, जिन्हां दा थोड़ा सुख है बहुता नहीं, वो बंधन वो तेरे लिए बंधन ने, तेरे लिए रस्से तैयार होंदे ने जेड़े फजूल कारजां दे विच और तुरिया फिरदा है, जेड़े उपर अवगन दसे सी उन्हां विच। महाराज सच्चे पातशाह कहंदे ने कोट जन्म कहाँ दुख पाओ, सच्चे पातशाह कहंदे करोड़ां जन्म इन्हां दे विच दुख सहारदा तुरिया फिरेगा, जेड़े उपरले अवगण दसे जे उन्हां दे विच इकट्ठे करदा रहा तुरिया फिरिया। महाराज कहंदे सिखिया संत नाम भजन नानक,
ਸੱਚੀ ਸਰਕਾਰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਔਰ ਜਿਹੜੇ ਸ਼ਾਂਤ ਆਤਮਾ ਔਰ ਸੰਤ ਜਨ ਜਿਹੜੇ ਸਤ ਨਾਲ ਜੋੜਨ ਵਾਲੇ ਤੇ ਸੰਤ ਜਨ ਸਤਿਗੁਰੂ ਸਰੂਪ ਸਤਿਗੁਰੂ ਸਾਹਿਬ ਸਤਿਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਅਪਣਾਉਣ ਵਾਲਾ ਉਹਦੇ ਬਚਨਾਂ ਨੂੰ ਕਮਾਉਣ ਵਾਲਾ ਸੰਤ ਤੇ ਆਪਣੀਆਂ ਗੱਲਾਂ ਕਹਿਣ ਵਾਲਾ ਨਹੀਂ, ਉਹਦੇ ਨਾਲ ਮਿਲਿਆ ਹੋਇਆ। ਮਹਾਰਾਜ ਕਹਿੰਦੇ ਐਸੇ ਜਿਹੜੇ ਰੱਬ ਦੇ ਪਿਆਰੇ ਔਰ ਸਤਿਗੁਰੂ ਨੇ, ਕਹਿੰਦੇ ਸਤਿਗੁਰੂ ਦਾ ਨਾਮ ਭਜ, ਗੁਰੂ ਕੀ ਸਿੱਖਿਆ ਗ੍ਰਹਿਣ ਕਰਕੇ ਨਾਮ ਭਜ ਜਪ। ਮਹਾਰਾਜ ਕਹਿੰਦੇ ਔਰ ਗੁਰੂ ਨਾਨਕ ਸਾਹਿਬ ਉਸ ਅਕਾਲ ਦਾ ਰੂਪ ਨੇ, ਰਾਮ ਰੰਗ ਪਰਮਾਤਮਾ ਰਮੇ ਹੋਏ ਰਾਮ ਭਗਵਾਨ ਦੇ ਰੰਗ ਪ੍ਰੇਮ ਵਿੱਚ ਆਤਮ ਸਿਉ ਰੌ, ਤੇਰੀ ਆਤਮਾ ਉਹਨੂੰ ਜਪੇ, ਆਤਮਾ ਪਰਮਾਤਮਾ ਵਿੱਚ ਮਿਲ ਜਾਵੇ, ਇੱਕ ਮੇਕਤਾ ਰੂਪ ਧਾਰਨ ਕਰ ਲਵੇ। ਕਹਿੰਦੇ ਐਵੇਂ ਤਨ ਦਾ ਮਾਨ ਨਾ ਕਰੀ ਜਾਇਆ ਕਰ, ਇਹ ਤਨ ਦੀ ਜਿਹੜੀ ਆ ਅਵਧੀ ਇਹ ਨਸ਼ਟ ਹੋਣ ਵਾਲੀ ਓ। ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇ ਸਵਾਰ ਧਰੀ। ਰੰਚਕ ਔਰ ਰੰਚਕ ਮਾਤਰ ਥੋੜਾ ਜਿਹਾ ਔਰ ਰੇਤ ਔਰ ਬਿੰਦ ਧਾਤੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਖੇਤ ਤਨ, ਔਰ ਜਿਵੇਂ ਖੇਤੀ ਦੇ ਵਿੱਚ ਬੀਜ ਬੀਜਿਆ ਜਾਂਦਾ ਹੈ ਔਰ ਸਰੀਰ ਵਿੱਚ ਬੀਜ ਬੀਜਿਆ ਗਿਆ, ਜਿਹਨੂੰ ਸਾਹਿਬ ਕਹਿੰਦੇ ਮਾਂ ਕੀ ਰਕਤ ਪਿੰਤਾ ਬਿਨ ਧਾਰਾ, ਮੂਰਤ ਸੂਰਤ ਕਰਤ ਉਪਾਰਾ। ਔਰ ਸਾਹਿਬ ਕਹਿੰਦੇ ਇਹ ਤੇਰੇ ਤਨ ਦੀ ਬਨਾਵਟ, ਮਹਾਰਾਜ ਸਾਹਿਬ ਕਹਿੰਦੇ ਮਾਤਾ ਪਿਤਾ ਦੇ ਸੰਬੰਧ ਤੋਂ ਔਰ ਇਹ ਬਣੀ ਆ। ਸੱਚੇ ਪਾਤਸ਼ਾਹ ਕਹਿੰਦੇ ਨਿਰਮਤ, ਇਹਦਾ ਟਿਕਾਊ ਹੋਇਆ ਸਥਿਤੀ ਮਿਲੀ ਜੀਵ ਨੂੰ ਮਾਂ ਦੀ ਕੁੱਖ ਵਿੱਚ ਆ ਕੇ ਟਿਕਾਣਾ ਮਿਲਿਆ। ਮਹਾਰਾਜ ਕਹਿੰਦੇ ਉੱਥੇ ਟਿਕਾਣਾ ਦੇ ਕੇ ਪਰਮਾਤਮਾ ਨੇ ਫਿਰ ਦੁਰਲਭ ਦੇ ਸਵਾਰ ਧਰੀ, ਇਹਨੂੰ ਸਵਾਰਿਆ। ਜਿਨ ਤੂੰ ਸਾਜ ਸਵਾਰ ਸਿੰਗਾਰਿਆ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਪਿਆਓ ਬੈਠ ਕੋ ਦੈਨ। ਮਹਾਰਾਜ ਕਹਿੰਦੇ ਉਹ ਰੱਬ ਨੇ ਸਜਣਾ ਤੇਰੀ ਦੁਰਲਭ ਦੇ, ਜਿਹੜੀ ਨਾ ਲੱਭਣ ਵਾਲੀ ਔਰ ਇਹ ਸਰੀਰ ਨਾ ਲੱਭਣ ਵਾਲਾ, ਮਹਾਰਾਜ ਕਹਿੰਦੇ ਉਹਨੇ ਸਵਾਰ ਕੇ ਧਰੀ, ਬਣਾ ਕੇ ਰੱਖ ਦਿੱਤੀ ਤੇਰੇ ਸਾਹਮਣੇ। ਤੇਰਾ ਸਰੀਰ ਇੰਨਾ ਕੁ ਸੁੰਦਰ ਬਣਾ ਦਿੱਤਾ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਸਰੀਰ ਤੋਂ ਸਰੀਰ ਨੂੰ ਪੈਦਾ ਕਰ ਦਿੱਤਾ, ਉਹਨੂੰ ਜਪਿਆ ਕਰ, ਉਹਨੂੰ ਜਾਪ। ਖਾਨ ਪਾਨ ਸੋਧੇ ਸੁਖ ਪੁੰਚਤ, ਤੇਰੇ ਖਾਣ ਵਾਸਤੇ ਪੀਣ ਵਾਸਤੇ ਅਨੇਕਾਂ ਚੀਜ਼ਾਂ ਤੇਰੇ ਅੱਗੇ ਧਰੀਆਂ ਸਵਾਰ ਸਵਾਰ ਕੇ, ਤੇ ਤੈਨੂੰ ਅਨੇਕਾਂ ਸੁੱਖ ਮਿਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੁੰਚਤ, ਉਹਨਾਂ ਨੂੰ ਛਕ ਦਾ ਛਕਾਉਣਾ ਹੈ। ਜੇ ਕੋ ਖਾਵੈ ਜੇ ਕੋ ਪੁੰਚੈ ਪੁੰਚਤ, ਔਰ ਖਾ ਕੇ ਉਹਨਾਂ ਨੂੰ ਹਜ਼ਮ ਕਰੇ ਔਰ ਹਜ਼ਮ ਕਰੇ ਪਚਾ ਲਵੇ। ਫਿਰ ਸੰਕਟ ਕਾਟ ਬਿਪਤ ਹਰੀ, ਉਹਦੇ ਅੱਗੇ ਅਰਜ਼ੋਈ ਕਰ ਮੇਰੇ ਮਾਲਕਾ, ਜਿਹੜਾ ਸਾਡੇ ਤੇ ਸੰਕਟ ਆਵਾਗਮਨ ਦਾ ਦੁੱਖਾਂ ਦਰਦਾਂ ਦਾ ਪਿਆ ਹੈ, ਇਹ ਬਿਪਤਾ ਦੀ ਘੜੀ ਜਿਹੜੀ ਆਈ ਆ ਮੇਰੇ ਮਾਲਕਾ, ਇਹਨੂੰ ਕੱਟ ਦੇ, ਮਿਹਰ ਵਰਸਾ, ਇਹਨੂੰ ਕੱਟ ਦੇ, ਇਹਨੂੰ ਦੂਰ ਕਰ। ਮਹਾਰਾਜ ਸਾਹਿਬ ਮਿਹਰ ਕਰਦੇ। ਮਾਤ ਪਿਤਾ ਭਾਈ ਅਰ ਬੰਦਪ, ਮਾਂ ਬਾਪ ਭਾਈ ਤੇ ਬੰਦਪ ਹੁੰਦੇ ਨੇ ਰਿਸ਼ਤੇਦਾਰ, ਇਹਦੋਂ ਅੱਗੇ ਵਾਲੇ। ਔਰ ਰਿਸ਼ਤੇਦਾਰ ਜਿੰਨੇ ਨੇ ਬੂਝਣ ਕੀ ਸਭ ਸੂਝ ਪਰੀ, ਜਦੋਂ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਸਾਰ ਦੁਨੀ ਚਿਤ ਲਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਪਤਾ ਲੱਗਣ ਲੱਗ ਪਿਆ, ਸੋ ਆ ਮੇਰੀ ਮਾਂ ਆ ਮੇਰਾ ਬਾਪ ਹੈ, ਤੇ ਆ ਮੇਰਾ ਭਰਾ ਹੈ, ਮੇਰੇ ਤੋਂ ਵੱਡਾ ਹੈ, ਮੇਰੇ ਤੋਂ ਛੋਟਾ ਹੈ, ਆ ਮੇਰੇ ਰਿਸ਼ਤੇਦਾਰ ਹੈ। ਅੱਗੇ ਹੁਣ ਗਿਣਤੀ 'ਚ ਪੈ ਗਏ, ਲੰਮਾ ਸਮਾਂ ਨਿਕਲ ਜਾਓ। ਔਰ ਕੇਵਲ ਮੈਂ ਸੰਖੇਪ 'ਚ ਅਰਜ਼ ਕਰਾਂ, ਅੱਗੇ ਗਾਂ ਦੀ ਗਾਂ ਰਿਸ਼ਤੇਦਾਰੀਆਂ ਦਾ ਇਹਨੂੰ ਪਤਾ ਲੱਗਣ ਲੱਗ ਪਿਆ। ਔਰ ਉਹਨਾਂ ਨੂੰ ਸਮਝਣ ਦੀ ਕੋਈ ਆ ਗਿਆ, ਮਾਂ ਨੂੰ ਪੁੱਛਦਾ, ਮਾਂ ਇਹ ਕੌਣ ਹੈ ਤੇ ਫਿਰ ਮੇਰਾ ਕੀ ਲੱਗਦਾ? ਮਹਾਰਾਜ ਕਹਿੰਦੇ ਉਹ ਬੂਝਣ ਵਾਸਤੇ ਇਹਨੂੰ ਸਮਝ ਪੈ ਗਈ। ਕਦੇ ਨਹੀਂ ਪੁੱਛਿਆ ਮਾਂ ਰੱਬ ਬਾਰੇ ਮੈਨੂੰ ਦੱਸ,
ਮਾਲਕ ਕਿਵੇਂ ਆ ਮਾਂ, ਨਾਮ ਕਿਵੇਂ ਜਪਣਾ ਮਾਂ, ਬਾਣੀ ਕਿਵੇਂ ਪੜ੍ਹਨੀ। ਤੇ ਨਾ ਇੰਨੀ ਕਾ ਸੂਝ ਮਾਂ ਬਾਪ ਨੇ ਰੱਖੀ ਕਿ ਬੱਚਿਆਂ ਨੂੰ ਬਾਣੀ ਵੀ ਪੜ੍ਹਾਉਣੀ ਹੈ। ਇਹ ਵੇਖਿਆ ਬਈ ਇੰਗਲਿਸ਼ ਦੀ ਬੜੀ ਟਿਊਸ਼ਨ ਦੇਣੀ ਹੈ, ਦੇਣੀ ਚਾਹੀਦੀ ਹੈ, ਤੇ ਮੈਂ ਵਿਰੋਧ ਨਹੀਂ, ਬਿਲਕੁਲ ਚਾਹੀਦਾ ਹੈ। ਹਰ ਭਾਸ਼ਾ ਪੜ੍ਹਾਉਣੀ ਚਾਹੀਦੀ ਹੈ। ਤੇ ਮਾਂ ਬਾਪ ਨੇ ਇਹ ਨਹੀਂ ਸੋਚਿਆ ਕਿ ਇਹਨਾਂ ਨੂੰ ਬਾਣੀ ਵੀ ਪੜ੍ਹਾਉਣੀ ਚਾਹੀਦੀ ਹੈ। ਦੇਖੋ ਦੁਨਿਆਵੀ ਪੜ੍ਹਾਈ ਪੜ੍ਹਾਉਣੀ ਆ, ਅਸੀਂ ਚੰਗਾ ਟੀਚਰ ਲੱਭਦੇ ਹਾਂ ਤੇ ਬਾਣੀ ਬੱਚਿਆਂ ਨੂੰ ਕਹਿੰਦੇ ਕੋਈ ਨਹੀਂ ਆਪੇ ਹੀ ਪੜ੍ਹ ਲਵਾਂਗੇ। ਬਾਣੀ ਵੀ ਕਿਸੇ ਗੁਰਸਿੱਖ ਤੋਂ ਪੜ੍ਹਾਵੋ, ਉਹ ਦੱਸੇਗਾ ਇਹਦਾ ਵਿਸਰਾਮ ਕਿੱਥੇ ਆ, ਇਹਦੀ ਕਿਹੜੀ ਮਾਤਰਾ ਨੂੰ ਕਿਵੇਂ ਬੋਲਿਆ ਜਾਣਾ ਹੈ। ਜਿਵੇਂ ਆਪਣੇ ਆਪ ਕਿਤਾਬਾਂ ਪੜ੍ਹ ਕੇ ਬਿਨਾਂ ਉਸਤਾਦ ਤੋਂ ਕੋਈ ਡਿਗਰੀ ਹਾਸਲ ਨਹੀਂ ਹੋਵੇਗੀ ਵਿਦਿਆਲੇ ਤੋਂ, ਤੇ ਯਾਦ ਰੱਖਣਾ ਉਹਦੇ ਪਤਾ ਨਹੀਂ ਲੱਗੇਗਾ ਪ੍ਰਸ਼ਨ ਕੀ ਬਣ ਗਿਆ, ਉੱਤਰ ਕੀ ਬਣ ਗਿਆ। ਮਹਾਰਾਜ ਸਾਹਿਬ ਕਹਿੰਦੇ ਸਜਣਾ ਰੱਬ ਦੇ ਨਾਮ ਵੱਲ ਨੂੰ ਵੀ ਤੁਰ, ਰੱਬ ਦੇ ਗਿਆਨ ਵੱਲ ਨੂੰ ਵੀ ਤੁਰ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਭ ਸੂਝ ਪਰੀ, ਇਹਨੂੰ ਸੂਝ ਪੈ ਗਈ, ਸਮਝ ਪੈ ਗਈ ਰਿਸ਼ਤੇਦਾਰੀਆਂ ਦੀ। ਵਰਧਮਾਨ ਹੋਵਤ ਦਿਨ ਪ੍ਰਤ ਨਿਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਰਧਮਾਨ ਦਾ ਅਖਰੀ ਅਰਥ ਹੈ ਵਧਣਾ ਫੁੱਲਣਾ। ਹੁਣ ਤਨ ਵਧਣ ਫੁੱਲਣ ਲੱਗ ਪਿਆ ਸਰੀਰ। ਮਹਾਰਾਜ ਕਹਿੰਦੇ ਦਿਨ ਪ੍ਰਤ ਨਿਤ, ਨਿਤ ਹਰ ਰੋਜ਼ ਦਿਨ ਬਾਅਦ ਦਿਨ ਸਰੀਰ ਵੱਧਦਾ ਜਾਂਦਾ, ਵਡੇਰਾ ਹੋਣ ਲੱਗ ਪਿਆ ਸਰੀਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜੇ ਪਰਿਵਾਰ ਦੇ ਵੀ ਖੁਸ਼ ਨੇ, ਆਪ ਵੀ ਖੁਸ਼ ਆ, ਮੈਨੂੰ ਹੁਣ ਸਾਰੀ ਸੂਝ ਆਉਣ ਲੱਗ ਪਈ। ਮਹਾਰਾਜ ਕਹਿੰਦੇ ਕਿਉਂ ਭੁੱਲਦਾ ਆ, ਆਵਤ ਨਿਕਟ ਬੇਖਮ ਜਰੀ। ਕਹਿੰਦੇ ਸਜਣਾ ਤੂੰ ਖੁਸ਼ ਹੋਣਾ, ਮੈਂ ਵੱਡਾ ਹੋ ਰਿਹਾ, ਯਾਦ ਰੱਖ ਆਵਤ ਨਿਕਟ ਤੇਰੇ ਨੇੜੇ ਆਉਂਦੀ ਜਾਂਦੀ ਆ ਕੀ, ਔਰ ਬੜੀ ਬਿਖਮ ਭਿਆਨਕ ਕੀ ਜਰੀ ਵਡਾਪਾ। ਤੂੰ ਇਹ ਨਾ ਸਮਝ ਮੈਂ ਜਵਾਨ ਹੁੰਦਾ ਜਾ ਰਿਹਾ ਹੈ, ਬਚਪਨੇ ਤੋਂ ਲੈ ਕੇ ਜਿੱਦਣ ਤੋਂ ਜਨਮਿਆ ਹੈ ਨਾ ਉਦੋਂ ਤੋਂ ਵਡਾਪੇ ਵੱਲ ਨੂੰ ਚੱਲ ਪਿਆ, ਮੌਤ ਵੱਲ ਨੂੰ ਚੱਲ ਪਿਆ। ਔਰ ਸਫ਼ਰ ਵਿੱਚ ਹੋਏ ਆ, ਇੱਕ ਦਿਨ ਇਹ ਸਫ਼ਰ ਮੁੱਕ ਜਾਣਾ ਹੈ। ਜਿਹੜੇ ਸਫ਼ਰ ਤੇ ਤੁਰਿਆ ਆ ਨਾ ਇਹ ਮੁੱਕ ਜਾਣਾ ਹੈ। ਮਹਾਰਾਜ ਕਹਿੰਦੇ ਇਹਨੂੰ ਸਮਝ ਰੇ ਗੁਣਹੀਨਾ ਦੀਨ ਮਾਇਆ ਕ੍ਰਿਮ। ਮਹਾਰਾਜ ਕਹਿੰਦੇ ਗੁਣਾ ਤੋਂ ਹੀਨਿਆ, ਗੁਣਾ ਤੋਂ ਖਾਲੀ ਜੀਵ। ਔਰ ਮਹਾਰਾਜ ਸਾਹਿਬ ਕਹਿੰਦੇ ਦੀਨ ਮਾਇਆ ਕ੍ਰਿਮ। ਦੀਨ ਦਾ ਆਖਰੀ ਅਰਥ ਹੁੰਦਾ ਹੈ ਬੜਾ ਅਜ਼ਿਜ਼ ਜਿਹਾ, ਜਿਹਦਾ ਆਸਰਾ ਹੀ ਕੋਈ ਨਹੀਂ, ਜਿਹਨੂੰ ਆਸਰਾ ਦੇਣ ਵਾਲਾ ਮਦਦਗਾਰੀ ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣਾ ਤੋਂ ਹੀਨਾ, ਅਵਗੁਣਾ ਦਾ ਗ੍ਰਹਿਣਕਾਰੀ। ਹੁਣ ਇਹਦੀ ਮਦਦ ਕੌਣ ਕਰੇ? ਸੱਚੀ ਸਰਕਾਰ ਕਹਿੰਦੇ ਮਾਇਆ ਕ੍ਰਿਮ। ਇਹ ਮਾਇਆ ਦਾ ਕ੍ਰਿਮ, ਮਾਇਆ ਦਾ ਕੀੜਾ। ਇਹਦੂ ਅੱਗੇ ਮਾਇਆ ਦਾ ਮਾਲਕ ਜਿਹੜਾ ਸੀ ਨਾ, ਰੱਬ ਨੇ ਮਾਲਕ ਨੇ ਜਿਹੜੀ ਮਾਇਆ ਸੁਵਿਧਾਵਾਂ ਦਿੱਤੀਆਂ ਨਾ, ਇਹ ਉਹਨਾਂ ਨਾਲ ਜੁੜ ਗਿਆ ਤੇ ਦੇਣ ਵਾਲੇ ਦਾਤੇ ਨੂੰ ਭੁੱਲ ਗਿਆ। ਮਹਾਰਾਜ ਕਹਿੰਦੇ ਮਾਇਆ ਕ੍ਰਿਮ, ਇਹ ਮਾਇਆ ਦੇ ਕੀੜੇ ਸਿਮਰ ਸੁਆਮੀ ਏਕ ਘਰੀ। ਤੈਨੂੰ ਸਭ ਕੁਝ ਰੱਬ ਨੇ ਦਿੱਤਾ ਹੈ ਤੇ ਰੱਬ ਨੇ ਵਰਤਣਾ ਨਹੀਂ। ਜੋ ਕੁਝ ਸੰਸਾਰ ਵਿੱਚ ਬਣਾਇਆ ਹੈ ਨਾ, ਜੀਵਾਂ ਦੇ ਵਰਤੋਂ ਵਿਵਹਾਰ ਲਈ ਬਣਾਇਆ ਹੈ। ਤੇ ਮਹਾਰਾਜ ਕਹਿੰਦੇ ਸਭ ਕੁਝ ਪਾ ਕੇ ਉਹਦਾ ਸ਼ੁਕਰਾਨਾ ਅਦਾ ਤਾਂ ਕਰ ਲਿਆ ਕਰ। ਕਮ ਸੇ ਕਮ ਰੱਬ ਨੂੰ ਇੱਕ ਘੜੀ ਤਾਂ ਜਪ ਲਿਆ ਕਰ। 24 ਕੁ ਮਿੰਟ ਬਣਦੇ ਨੇ, ਇੰਨਾ ਕੁ ਸਮਾਂ ਤਾਂ ਉਹਦੀ ਬੰਦਗੀ ਕਰ ਲਿਆ ਕਰ ਜਿੰਨੇ ਤੈਨੂੰ ਸਭ ਕੁਝ ਦਿੱਤਾ ਹੈ। ਔਰ ਮਹਾਰਾਜ ਤਾਂ ਕਹਿੰਦੇ ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ। ਜਿਨੇ ਸਭ ਕੁਝ ਦਿੱਤਾ ਉਹ ਕਿਉਂ ਭੁੱਲੇ? ਔਰ ਅਸੀਂ ਤਾਂ ਉਹਨੂੰ ਭੁਲਾ ਛੱਡਿਆ। ਮਹਾਰਾਜ ਸਾਹਿਬ ਕਹਿੰਦੇ ਉੱਪਰਲੇ ਅਵਗੁਣਾ ਨੂੰ ਗ੍ਰਹਿਣ ਕੀਤਾ ਭਟੋ। ਦੁਨੀਆ ਦੇ ਲੋਗੋ ਰੱਬ ਨੂੰ ਯਾਦ ਨਾ ਕੀਤਾ, ਉਹ ਮਾਲਕ ਨੂੰ ਕਿਤੇ ਸਾਰੇ ਦਿਨ 'ਚ ਇੱਕ ਘੜੀ ਉਹਦੇ ਲਈ ਗੁਜ਼ਾਰੇ ਨਾ, ਤੇ ਸਜਣਾ ਤੇਰੇ ਜੀਵਨ ਦੇ ਕਿੰਨੇ ਜੋੜ ਬਣ ਜਾਣਗੇ, ਕਿੰਨਾ ਸਤਸੰਗ, ਕਿੰਨਾ ਭਲਾਪਨ ਇਕੱਠਾ ਹੋ ਜਾਵੇਗਾ। ਇੱਕ ਘੜੀ ਸਿਮਰਨ ਦੇ ਨਾਲ ਕਹਿੰਦੇ ਕਈ ਨਰਕਾਂ ਦੇ ਕੁੰਡ ਖਾਲੀ ਹੋ ਗਏ। ਔਰ ਨਰਕਾਂ ਦੇ ਕੁੰਡ ਖਾਲੀ ਹੋ ਜਾਂਦੇ ਇੱਕ ਘੜੀ ਦਾ ਸਿਮਰਨ ਕਰਕੇ। ਤੇ ਜੇ ਅਸੀਂ ਇੱਕ ਇੱਕ ਘੜੀ ਰੋਜ਼ ਜਪੀਏ, ਉਹ ਘੜੀ 'ਚ ਇਹ ਨਾ ਹੋਵੇ ਗੁਟਕਾ ਮੇਰੇ ਹੱਥ 'ਚ ਕਰਦਾ ਮੈਂ ਕਥਾ ਪਿਆ, ਸੁਣਦਾ ਮੈਂ ਕਥਾ ਪਿਆ, ਧਿਆਨ ਮੇਰਾ ਮਨ ਘਰੇ ਆ, ਮੱਝ ਨਾ ਖੁੱਲ ਗਈ ਹੋਵੇ, ਕੱਟਾ ਭੁੱਖਾ ਮਰ ਗਿਆ, ਵੱਛਾ ਭੁੱਖਾ ਮਰ ਗਿਆ, ਇੱਧਰ ਜਾਣਾ ਸੀ। ਇਹ ਨਾ ਹੋਵੇ। ਜਦੋਂ ਜਪੋ, ਜਪਜੀ ਪੜੋ, 5 ਬਾਣੀਆਂ ਪੜੋ, ਸੁਖਮਣੀ ਸਾਹਿਬ ਦਾ ਸੰਪੂਰਨ ਪਾਠ ਕਰੋ, ਭਾਵੇਂ ਇੱਕ ਅਸ਼ਟਪਦੀ ਦਾ ਪਾਠ ਕਰੋ, ਤੁਹਾਡਾ ਮਨ ਉੱਥੇ ਹੋਵੇ।
ਮਨ ਉੱਥੇ ਹੋਵੇ, ਮਨ ਗਾਉਂਦਾ ਹੋਵੇ ਤੇ ਤਨ ਸਰੋਤਾ ਬਣ ਕੇ ਉਹਨੂੰ ਸੁਣਦਾ ਹੋਵੇ। ਤਾਂ ਹੀ ਸਾਹਿਬ ਕਹਿੰਦੇ ਮਨ ਨੂੰ ਗਾਵੇ ਤਨ ਸੁਣੇ ਫਿਰ ਇਕਾਗਰਤਾ ਬਣ ਜਾਏਗੀ। ਸਾਹਿਬ ਕਹਿੰਦੇ ਸਿਮਰ ਏਕ ਘੜੀ, ਔਰ ਉਸ ਮਾਲਕ ਨੂੰ ਇੱਕ ਘੜੀ ਸਿਮਰ, ਤੇ ਜਦੋਂ ਸਿਮਰੇਗਾ ਫਿਰ ਕਰ ਗਏ ਲਿਓ ਕਿਰਪਾਲ ਕਿਰਪਾ ਨਿਧ। ਉਹਦਾ ਸਿਮਰਨ ਕਰਕੇ ਨਾ ਉਹਦੇ ਮੂਹਰੇ ਅਰਜ਼ੋਈ ਕਰ ਕਿ ਕਰ ਗਹਿ ਲਿਓ ਕਿਰਪਾਲ, ਹੇ ਕਿਰਪਾਲੂ ਦਿਆਲੂ ਸਤਿਗੁਰੂ ਜੀ ਮੇਰੇ ਤੇ ਕਿਰਪਾ ਇਹ ਕਰੋ। ਕਰ ਦਾ ਅਰਥ ਆ ਹੱਥ, ਤੇ ਮਹਾਰਾਜ ਗਹਿ ਮੈਣਾ ਹੁੰਦਾ ਹੈ ਪਕੜਨਾ। ਹੇ ਮੇਰੇ ਵੈਗੁਰੂ ਮੇਰੇ ਤੇ ਕਿਰਪਾ ਇਹ ਕਰੋ ਕਿ ਮੈਂ ਸੰਸਾਰ ਦੇ ਹਾਵਾਂ ਭਾਵਾਂ ਅੰਦਰ, ਦੁੱਖਾਂ ਦਰਦਾਂ ਅੰਦਰ ਔਰ ਇਹਦੇ ਵਿੱਚ ਡੁੱਬਦਾ ਜਾ ਰਿਹਾ ਹੈ। ਮਹਾਰਾਜ ਮੇਰਾ ਹੱਥ ਤੁਸੀਂ ਪਕੜ ਕੇ ਮੈਨੂੰ ਇਹਦੇ ਚੋਂ ਕੱਢ ਲਵੋ, ਬਚਾ ਲਵੋ। ਮਹਾਰਾਜ ਕਹਿੰਦੇ ਕਰ ਗਏ ਲਿਓ ਕਿਰਪਾਲ ਕਿਰਪਾ ਨਿਧ, ਕਿਰਪਾ ਦੇ ਖਜ਼ਾਨੇ ਨਾਨਕ ਕਾਟ ਭ੍ਰਮ ਭਰੀ। ਹੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਆਸਰਾ ਲੈ, ਜਿੱਥੇ ਕਦੇ ਦੁੱਖ ਨਹੀਂ ਔਰ ਆਵਾਗਮਨ ਨਹੀਂ, ਸਦਾ ਸੁਖ ਲੀਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਰਮ ਦੇ ਵਿੱਚ ਜਿਹੜੇ ਭਟਕਦੇ ਪਏ ਆ ਨਾ, ਭਰਮ ਦੇ ਵਿੱਚ ਵੈਗੁਰੂ ਇਹਨੂੰ ਭਰਮ ਨੂੰ ਕੱਟ ਦੇ, ਆਪਣੇ ਚਰਨਾਂ ਨਾਲ ਜੋੜ। ਇਹ ਸਤਿਗੁਰੂ ਗਰੀਬ ਨਵਾਜ ਮਹਾਰਾਜ ਭੱਟਾਂ ਨੂੰ ਵੀ ਉਪਦੇਸ਼ ਦੇ ਰਹੇ ਨੇ ਤੇ ਨਾਲ ਸਾਨੂੰ ਵੀ ਉਪਦੇਸ਼ ਦੇ ਰਹੇ। ਜ਼ਿਆਦਾ ਸਮਾਂ ਨਹੀਂ ਤੇ ਜੀਵਨ ਦੀ ਇੱਕ ਘੜੀ ਤਾਂ ਜਪਿਆ ਕਰੀਏ। ਆਪ ਸਤ ਸੰਗਤ ਵਿੱਚ ਆਉਣੇ ਹੋ, ਸਤਸੰਗੀ ਜਾਣੋ, ਜਿੰਨਾ ਸਮਾਂ ਗੁਰੂ ਦੇ ਹਦੂਦ ਅੰਦਰ ਗੁਜ਼ਾਰੀਏ ਉਹਨਾਂ ਚਿਰ ਤਨ ਕਰਕੇ ਵੀ ਤੇ ਮਨ ਕਰਕੇ ਵੀ ਇਹੀ ਸਾਡੇ ਲਈ ਆਪਣੇ ਲਈ ਨਾਲ ਹੈ। ਜੋ ਕੁਝ ਅਸੀਂ ਬਾਹਰ ਦਾ ਬੁਣਾਇਆ ਤੇ ਕਰਦੇ ਆ ਨਾ, ਇਹ ਵਸਤੂ ਸਾਰੀਆਂ ਇੱਥੇ ਹੀ ਰਹਿ ਜਾਣੀਆਂ ਨੇ ਤੇ ਸਾਡੇ ਤੋਂ ਪਹਿਲਿਆਂ ਦੀਆਂ ਰਹਿ ਗਈਆਂ ਨੇ। ਜਿੰਨਿਆਂ ਨੇ ਜਿਹੜੇ ਆਪਣੇ ਮਾਂ ਬਾਪ ਦਾਦੇ ਪੜਦਾਦੇ ਉਹ ਵੀ ਤਾਂ ਇੱਥੇ ਹੀ ਸੀ ਨਾ, ਉਹਨਾਂ ਦੀਆਂ ਹੀ ਆਪਾਂ ਕਹਿੰਦੇ ਨਾ ਮੇਰੇ ਦਾਦੇ ਪੜਦਾਦੇ ਦੀ ਜਾਇਦਾਦ ਆ, ਤੇ ਉਹ ਕਿੱਥੇ ਗਏ? ਤੇ ਰਹਿਣਾ ਅਸੀਂ ਵੀ ਨਹੀਂ, ਸਾਡੇ ਵੀ ਆਉਣ ਵਾਲੇ ਕਹਿਣਗੇ ਇਹ ਕੁਝ ਸਾਡੇ ਨਾਲ ਨਹੀਂ ਜਾਣਾ, ਤਨ ਵੀ ਨਾਲ ਨਹੀਂ ਜਾਣਾ। ਇਹਦੇ ਜਰੀਏ ਜਪਿਆ ਨਾਮ ਤੇ ਸ਼ੁਭ ਕਰਮ ਇਹ ਨਾਲ ਜਾਣੇ। ਜਿੰਨਾ ਹੋ ਸਕੇ ਕਰਨ ਦਾ ਯਤਨ ਕਰਿਆ ਕਰੀਏ। ਜਿੱਥੇ ਅਸੀਂ ਸੰਸਾਰਕ ਪਰਿਵਾਰਕ ਵਿਵਹਾਰਕ ਜ਼ਿੰਮੇਵਾਰੀਆਂ ਨਿਭਾਉਣੇ ਆ ਨਾ, ਸਭ ਤੋਂ ਸਰਮੌਰ ਸਾਡੀ ਜ਼ਿੰਮੇਵਾਰੀ ਅਸੀਂ ਆਪਣੇ ਲਈ ਕੀ ਕਰਦੇ ਹਾਂ, ਆਪਣੇ ਲਈ ਵੀ ਕੁਝ ਕਰੀਏ। ਜਦੋਂ ਆਪਣੇ ਲਈ ਕੁਝ ਕੀਤਾ, ਰੱਬ ਦਾ ਜਾਪ ਜਪਿਆ ਨਾ, ਤੇ ਜਿਹੜਾ ਜਪਦਾ ਹੈ ਜ਼ਬਾਨ ਨਾਲ, ਰੱਬ ਉਹਦੀ ਜ਼ਬਾਨ ਤੇ ਵਸਦਾ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਤੇ ਸਾਧ ਕਿਸੇ ਚੋਲੇ ਦਾ ਨਾਂ ਨਹੀਂ, ਕਿਸੇ ਫਿਰਕੇ ਦਾ ਨਾਂ ਨਹੀਂ, ਜਪਣ ਵਾਲੇ ਦਾ ਨਾਮ ਹੈ। ਜਿਹੜਾ ਵੀ ਜਪੇਗਾ ਗੁਰੂ ਕਿਰਪਾ ਕਰੇ ਸਾਨੂੰ ਸਮੱਧ ਦਾ ਦਾਨ, ਬੇਅੰਤ ਭੁੱਲਾਂ ਦੀ ਖਿਮਾ, ਸਾਹਿਬ ਦੇ ਬਚਨ ਜਾਣ ਕੇ ਗੁਰੂ ਕੀ ਸੰਗਤ ਨੇ ਹਿਰਦਿਆਂ ਅੰਦਰ ਵਸਾਵਣੇ। ਦਾਸ ਨੂੰ ਗੁਰੂ ਕੀ ਸੰਗਤ ਦਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ। ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।